ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਜਸਟਿਨ ਟਰੂਡੋ ਨੇ ਕਿਹਾ, ਨਿੱਜਰ ਦੀ ਹੱਤਿਆ 'ਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਭਰੋਸੇਯੋਗ ਦੋਸ਼ਾਂ ਦੇ ਬਾਵਜੂਦ ਕੈਨੇਡਾ ਅਜੇ ਵੀ ਭਾਰਤ ਨਾਲ ਨੇੜਲੇ ਸਬੰਧ ਬਣਾਉਣ ਲਈ ਵਚਨਬੱਧ। ਟਰੂਡੋ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਕੈਨੇਡਾ ਅਤੇ ਉਸ ਦੇ ਸਹਿਯੋਗੀ ਭਾਰਤ ਨਾਲ ਜੁੜੇ ਰਹਿਣ। ਨਿੱਜਰ ਤੋਂ ਬਾਅਦ ਇੱਕ ਹੋਰ ਸਿੱਖ ਕਾਰਕੁਨ ਨੂੰ ਕਥਿਤ ਤੌਰ ਤੇ ਪੁਲਿਸ ਵੱਲੋਂ ਉਸ ਦੀ ਜਾਨ ਨੂੰ ਖਤਰੇ 'ਚ ਹੋਣ ਬਾਰੇ ਦਿੱਤੀ ਗਈ ਚੇਤਾਵਨੀ। ਡਿਊਟੀ ਟੂ ਵਾਰਨ ਦੇ ਸਿਰਲੇਖ ਵਾਲੇ ਨਵੇਂ ਸਾਹਮਣੇ ਆਏ ਦਸਤਾਵੇਜ਼ 'ਚ ਗੁਰਮੀਤ ਸਿੰਘ ਤੂਰ ਨੂੰ ਸੰਬੋਧਿਤ ਕੀਤਾ ਗਿਆ ਤੇ ਇਹ ਦਸਤਾਵੇਜ਼ ਖਾਲਿਸਤਾਨ ਪੱਖੀ ਸਮੂਹ 6 ਫॉर ਜਸਟਿਸ ਨੇ ਕੀਤਾ ਹੈ ਜਨਤਕ। ਭਾਰਤ ਆਧਾਰਿਤ ਹੈਕਰਜ਼ ਵੱਲੋਂ ਕੈਨੇਡੀਅਨ ਫੌਜ ਅਤੇ ਪਾਰਲੀਮੈਂਟ ਦੀ ਵੈਬਸਾਈਟ ਨੂੰ ਬਣਾਇਆ ਗਿਆ ਨਿਸ਼ਾਨਾ। ਇੰਡੀਅਨ ਸਾਈਬਰ ਫੋਰਸ ਨਾਮਕ ਇੱਕ ਹੈਕਿੰਗ ਸਮੂਹ ਨੇ ਫੌਜ ਦੀ ਵੈਬਸਾਈਟ ਵਾਲੀ ਘਟਨਾ ਲਈ ਜ਼ਿੰਮੇਵਾਰੀ। ਨਹੀਂ ਰਹੇ ਸੀਨੀਅਰ ਐਕਟਰ ਮਾਈਕਲ ਗੈਮਪਟਨ। ਹੈਰੀ ਪੋਟਰ ਦੀਆਂ 8 ਫਿਲਮਾਂ ਵਿੱਚੋਂ 6 'ਚ ਹੌਗਵਰਟਸ ਹੈਡਮਾਸਟਰ ਐਲਬਰਟ ਡੰਬਲਡੋਰ ਦੀ ਨਿਭਾਈ ਸੀ ਭੂਮਿਕਾ। ਨਿਮੋਨੀਆ ਕਾਰਨ ਹੋਈ 82 ਸਾਲਾਂ ਦੇ ਮਾਈਕਲ ਗੈਮਪਟਨ ਦੀ ਮੌਤ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਹਰਦੀਪ ਸਿੰਘ ਨਿੱਜਰ ਦੀ ਹੱਤਿਆ 'ਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਭਰੋਸੇਯੋਗ ਦੋਸ਼ਾਂ ਦੇ ਬਾਵਜੂਦ ਕੈਨੇਡਾ ਅਜੇ ਵੀ ਭਾਰਤ ਨਾਲ ਨੇੜਲੇ ਸਬੰਧ ਬਣਾਉਣ ਲਈ ਵਚਨਬੱਧ ਹੈ। ਦੁਨੀਆ ਭਰ 'ਚ ਭਾਰਤ ਦੇ ਵਧਦੇ ਪ੍ਰਭਾਵ ਵੱਲ ਇਸ਼ਾਰਾ ਕਰਦੇ ਹੋਏ ਟਰੂਡੋ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਕੈਨੇਡਾ ਅਤੇ ਉਸ ਦੇ ਸਹਿਯੋਗੀ ਭਾਰਤ ਨਾਲ ਜੁੜੇ ਰਹਿਣ। ਵੀਰਵਾਰ ਨੂੰ ਮੌਂਟਰੀਅਲ 'ਚ ਇੱਕ ਪ੍ਰੈਸ ਕਾਨਫਰੰਸ 'ਚ ਟਰੂਡੋ ਨੇ ਕਿਹਾ ਕਿ ਉਹ ਸੋਚਦੇ ਹਨ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਕੈਨੇਡਾ ਅਤੇ ਇਸ ਦੇ ਸਹਿਯੋਗੀ ਭਾਰਤ ਦੇ ਵਿਸ਼ਵ ਪੱਧਰ ਤੇ ਵਧ ਰਹੇ ਮਹੱਤਵ ਦੇ ਮੱਦੇਨਜ਼ਰ ਉਸਾਰੂ ਅਤੇ ਗੰਭੀਰਤਾ ਨਾਲ ਜੁੜੇ ਰਹਿਣ। ਜਸਟਿਨ ਟਰੂਡੋ ਨੇ ਕਿਹਾ ਕਿ ਭਾਰਤ ਇੱਕ ਵੱਧਦੀ ਆਰਥਿਕ ਸ਼ਕਤੀ ਅਤੇ ਮਹੱਤਵਪੂਰਨ ਭੂ ਰਾਜਨੀਤਿਕ ਖਿਡਾਰੀ ਹੈ। ਜਿਵੇਂ ਕਿ ਅਸੀਂ ਪਿਛਲੇ ਸਾਲ ਆਪਣੀ ਇੰਡੋ ਪੈਸੀਫਿਕ ਰਣਨੀਤੀ ਪੇਸ਼ ਕੀਤੀ ਸੀ, ਅਸੀਂ ਭਾਰਤ ਨਾਲ ਨਜ਼ਦੀਕੀ ਸਬੰਧ ਬਣਾਉਣ ਲਈ ਬਹੁਤ ਗੰਭੀਰ ਹਾਂ। ਇਸ ਦੇ ਨਾਲ ਹੀ ਸਪਸ਼ਟ ਤੌਰ ਤੇ ਕਾਨੂੰਨ ਦੇ ਸ਼ਾਸਨ ਦੁਆਰਾ ਨਿਯੰਤਰਿਤ ਦੇਸ਼ ਹੋਣ ਦੇ ਨਾਤੇ ਅਸੀਂ ਇਸ ਗੱਲ ਤੇ ਵੀ ਜ਼ੋਰ ਦਿੰਦੇ ਹਾਂ ਕਿ ਭਾਰਤ ਨੂੰ ਇਹ ਯਕੀਨੀ ਬਣਾਉਣ ਲਈ ਕੈਨੇਡਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਇਸ ਮਾਮਲੇ ਦੇ ਪੂਰੇ ਤੱਥ ਮਿਲ ਜਾਣ। ਟਰੂਡੋ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਅਮਰੀਕਾ ਤੋਂ ਭਰੋਸਾ ਮਿਲਿਆ ਹੈ ਕਿ ਵਿਦੇਸ਼ ਸਕੱਤਰ ਐਂਟਨੀ ਬਲਿੰਕਨ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨਾਲ ਮੁਲਾਕਾਤ ਦੌਰਾਨ ਨਿੱਜਰ ਦੀ ਹੱਤਿਆ 'ਚ ਭਾਰਤ ਦੀ ਭੂਮਿਕਾ ਬਾਰੇ ਜਨਤਕ ਤੌਰ ਤੇ ਲਗਾਏ ਦੋਸ਼ਾਂ ਨੂੰ ਉਠਾਉਣਗੇ। ਜਸਟਿਨ ਟਰੂਡੋ ਨੇ ਕਿਹਾ ਕਿ ਭਾਰਤ ਸਰਕਾਰ ਨਾਲ ਗੱਲਬਾਤ ਕਰਨ 'ਚ ਅਮਰੀਕਾ ਨੇ ਸਾਡਾ ਸਮਰਥਨ ਕੀਤਾ। ਇਹ ਲਾਜ਼ਮੀ ਹੈ ਕਿ ਉਹ ਭਰੋਸੇਯੋਗ ਦੋਸ਼ਾਂ ਵਿਰੁੱਧ ਕਾਰਵਾਈ ਕਰਨ ਕਿ ਭਾਰਤ ਸਰਕਾਰ ਦੇ ਏਜੰਟਾਂ ਨੇ ਕੈਨੇਡੀਅਨ ਧਰਤੀ ਤੇ ਇੱਕ ਕੈਨੇਡੀਅਨ ਨਾਗਰਿਕ ਦਾ ਕਤਲ ਕੀਤਾ ਹੈ। ਟਰੂਡੋ ਨੇ ਕਿਹਾ ਕਿ ਇਹ ਉਹ ਚੀਜ਼ ਹੈ ਜੋ ਸਾਰੇ ਲੋਕਤੰਤਰ ਦੇਸ਼ਾਂ, ਕਾਨੂੰਨ ਦੇ ਰਾਜ ਦਾ ਸਤਿਕਾਰ ਕਰਨ ਵਾਲੇ ਸਾਰੇ ਦੇਸ਼ਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ। ਅਸੀਂ ਆਪਣੇ ਸਾਰੇ ਭਾਈਵਾਲਾਂ ਦੇ ਨਾਲ ਕਾਨੂੰਨ ਦੇ ਸ਼ਾਸਨ ਦੇ ਤਹਿਤ ਇੱਕ ਸੋਚ ਸਮਝ ਕੇ ਜ਼ਿੰਮੇਵਾਰ ਤਰੀਕੇ ਨਾਲ ਅੱਗੇ ਵਧ ਰਹੇ ਹਾਂ, ਜਿਸ ਵਿੱਚ ਭਾਰਤ ਸਰਕਾਰ ਤੱਕ ਸਾਡੀ ਪਹੁੰਚ ਵੀ ਸ਼ਾਮਲ ਹੈ। ਦੱਸਣਯੋਗ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਕੈਨੇਡੀਅਨ ਹਾਊਸ ਆਫ ਕਾਮਨਸ 'ਚ ਦੱਸਿਆ ਸੀ ਕਿ ਕੈਨੇਡੀਅਨ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਦੇ ਏਜੰਟਾਂ ਉੱਤੇ ਨਿੱਜਰ ਦੇ ਕਤਲ ਵਿਚਕਾਰ ਸੰਭਾਵੀ ਸੰਬੰਧ ਅਤੇ ਭਰੋਸੇਯੋਗ ਦੋਸ਼ਾਂ ਦੀ ਸਰਗਰਮੀ ਨਾਲ ਪੈਰਵਾਈ ਕਰ ਰਹੀਆਂ ਨੇ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੇ G20 ਸੰਮੇਲਨ ਦੌਰਾਨ ਉਹਨਾਂ ਚਿੰਤਾਵਾਂ ਨੂੰ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਵੀ ਪਹੁੰਚਾਇਆ ਸੀ। ਖਾਲਿਸਤਾਨ ਪੱਖੀ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਕੁਝ ਮਹੀਨਿਆਂ ਬਾਅਦ ਇੱਕ ਸਿੱਖ ਕਾਰਕੁਨ ਨੂੰ ਕਥਿਤ ਤੌਰ ਤੇ ਪੁਲਿਸ ਵੱਲੋਂ ਉਸ ਦੀ ਜਾਨ ਨੂੰ ਖਤਰੇ ਵਿੱਚ ਹੋਣ ਬਾਰੇ ਚੇਤਾਵਨੀ ਦਿੱਤੀ ਗਈ ਸੀ। ਡਿਊਟੀ ਟੂ ਵਾਰਨ ਦੇ ਸਿਰਲੇਖ ਵਾਲੇ ਨਵੇਂ ਸਾਹਮਣੇ ਆਏ ਦਸਤਾਵੇਜ਼ 'ਚ ਗੁਰਮੀਤ ਸਿੰਘ ਤੂਰ ਨੂੰ ਸੰਬੋਧਿਤ ਕੀਤਾ ਗਿਆ ਹੈ ਤੇ ਇਹ ਦਸਤਾਵੇਜ਼ ਖਾਲਿਸਤਾਨ ਪੱਖੀ ਸਮੂਹ 6 ਫॉर ਜਸਟਿਸ ਨੇ ਜਨਤਕ ਕੀਤਾ ਹੈ। ਇੱਕ ਅਨੁਵਾਦਕ ਰਾਹੀਂ ਬੋਲਦਿਆਂ ਗੁਰਮੀਤ ਸਿੰਘ ਤੂਰ ਨੇ CBC ਨਿਊਜ਼ ਨੂੰ ਇਹ ਪੁਸ਼ਟੀ ਕੀਤੀ ਕਿ ਸਰੀ RCMP ਅਤੇ ਇੰਟੀਗ੍ਰੇਟਿਡ ਨੈਸ਼ਨਲ ਸਿਕਿਉਰਿਟੀ ਇਨਫੋਰਸਮੈਂਟ ਟੀਮ 24 ਅਗਸਤ ਨੂੰ ਰਾਤੀ ਕਰੀਬ 11:30 ਵਜੇ ਉਹਨਾਂ ਦੇ ਘਰ ਆਈ ਸੀ ਅਤੇ ਖਤਰੇ ਬਾਰੇ ਚੇਤਾਵਨੀ ਦਿੱਤੀ ਸੀ। CBC ਨਿਊਜ਼ RCMP ਨਾਲ ਦਸਤਾਵੇਜ਼ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ ਕੰਮ ਕਰ ਰਿਹਾ ਹੈ, ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਦਸਤਾਵੇਜ਼ ਦੇ ਇੱਕ ਹਿੱਸੇ 'ਚ ਲਿਖਿਆ ਹੈ, ਪੁਲਿਸ ਨੇ ਇੱਕ ਜਾਂ ਇੱਕ ਤੋਂ ਵੱਧ ਤਫਤੀਸ਼ੀ ਤਰੀਕਿਆਂ ਦੁਆਰਾ ਇਹ ਨਿਰਧਾਰਤ ਕੀਤਾ ਹੈ ਕਿ ਤੁਹਾਡੀ ਜ਼ਿੰਦਗੀ ਖਤਰੇ 'ਚ ਹੋ ਸਕਦੀ ਹੈ। ਇਸ ਸਮੇਂ ਅਸੀਂ ਤੁਹਾਨੂੰ ਖਤਰੇ ਦੇ ਖਾਸ ਵੇਰਵੇ ਪ੍ਰਦਾਨ ਕਰਨ 'ਚ ਅਸਮਰੱਥ ਹਾਂ। 6 ਫॉर ਜਸਟਿਸ ਨੇ ਇੱਕ ਲਿਖਤੀ ਬਿਆਨ 'ਚ ਕਿਹਾ ਕਿ ਤੂਰ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਇੱਕ ਸੀਨੀਅਰ ਮੈਂਬਰ ਹੈ
ਤੇ ਉਹ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਜਰ ਦਾ ਨਜ਼ਦੀਕੀ ਸਾਥੀ ਸੀ। ਨਿੱਜਰ ਨੂੰ 18 ਜੂਨ ਨੂੰ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਨਿੱਜਰ ਦੇ ਕਤਲ ਤੋਂ ਬਾਅਦ ਤੂਰ ਨੇ ਖਾਲਿਸਤਾਨ ਦੇ ਸਮਰਥਨ 'ਚ ਰਾਇਸ਼ੁਮਾਰੀ ਲਈ BC 'ਚ ਸਰਗਰਮੀ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਤੂਰ ਨੇ ਇੱਕ ਅਨੁਵਾਦਕ ਰਾਹੀਂ ਕਿਹਾ ਕਿ ਦਸਤਾਵੇਜ਼ ਪੇਸ਼ ਕਰਨ ਤੇ RCMP ਨੇ ਉਸ ਨੂੰ ਪੁੱਛਿਆ ਕਿ ਉਹ ਕਿਹੜੀਆਂ ਗਤੀਵਿਧੀਆਂ 'ਚ ਸ਼ਾਮਲ ਹੈ, ਪਰ ਅਧਿਕਾਰੀਆਂ ਨੇ ਉਸ ਨੂੰ ਕਥਿਤ ਖਤਰਿਆਂ ਬਾਰੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਤੂਰ ਨੇ ਕਿਹਾ ਕਿ ਚੇਤਾਵਨੀ ਮਿਲਣ ਤੋਂ ਬਾਅਦ ਤੋਂ ਉਹ ਆਪਣੀ ਸੁਰੱਖਿਆ ਲਈ ਚਿੰਤਤ ਹੈ ਤੇ ਉਹ ਆਪਣੇ ਆਲੇ-ਦੁਆਲੇ ਪ੍ਰਤੀ ਵਧੇਰੇ ਚੌਕਸ ਰਹਿੰਦਾ ਹੈ। ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਦਾ ਮਾਹੌਲ ਹੈ। ਇਸ ਦੌਰਾਨ ਕੈਨੇਡੀਅਨ ਫੌਜ ਦੀ ਵੈਬਸਾਈਟ ਨੂੰ ਹੈਕਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਦਾ ਟੈਲੀਗ੍ਰਾਫ ਨੇ ਦਾਅਵਾ ਕੀਤਾ ਹੈ ਕਿ ਬੁੱਧਵਾਰ ਨੂੰ ਭਾਰਤੀ ਹੈਕਰਾਂ ਨੇ ਕੈਨੇਡੀਅਨ ਫੌਜ ਦੀ ਅਧਿਕਾਰਤ ਵੈਬਸਾਈਟ ਨੂੰ ਹੈਕ ਕਰ ਲਿਆ ਤੇ ਕੁਝ ਸਮੇਂ ਲਈ ਇਸ ਨੂੰ ਬੰਦ ਕਰ ਦਿੱਤਾ। ਦਾ ਟੈਲੀਗ੍ਰਾਫ ਨੇ ਦਾਅਵਾ ਕੀਤਾ ਹੈ ਕਿ ਇੰਡੀਅਨ ਸਾਈਬਰ ਫੋਰਸ ਨਾਮਕ ਹੈਕਰਾਂ ਦੇ ਇੱਕ ਸਮੂਹ ਨੇ X, ਜੋ ਪਹਿਲਾਂ ਟਵਿੱਟਰ ਸੀ, ਤੇ ਇਸ ਸਾਈਬਰ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਸਾਈਬਰ ਹਮਲਾ ਬੁੱਧਵਾਰ ਨੂੰ ਉਦੋਂ ਸਾਹਮਣੇ ਆਇਆ ਜਦੋਂ ਕੈਨੇਡੀਅਨ ਆਰਮੀ ਦੀ ਵੈਬਸਾਈਟ ਨੇ ਅਸਥਾਈ ਤੌਰ ਤੇ ਕੰਮ ਕਰਨਾ ਬੰਦ ਕਰ ਦਿੱਤਾ। ਕੈਨੇਡੀਅਨ ਆਰਮੀ ਦੀ ਵੈਬਸਾਈਟ ਨੂੰ ਇੰਡੀਅਨ ਸਾਈਬਰ ਫੋਰਸ ਨਾਂ ਦੇ ਹੈਕਰਾਂ ਨੇ ਕਥਿਤ ਤੌਰ ਤੇ ਹੈਕ ਅਤੇ ਅਸਮਰੱਥ ਕਰ ਦਿੱਤਾ ਸੀ ਤੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਸਕਰੀਨਸ਼ਾਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਸੀ। ਇਹ ਘਟਨਾ ਦੁਪਹਿਰ ਵੇਲੇ ਵਾਪਰੀ ਅਤੇ ਕੁਝ ਸਮੇਂ 'ਚ ਬੱਗ ਨੂੰ ਫਿਕਸ ਕਰ ਲਿਆ ਗਿਆ ਅਤੇ ਵੈਬਸਾਈਟ ਮੁੜ ਚੱਲ ਪਈ। ਇੰਡੀਅਨ ਸਾਈਬਰ ਫੋਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਐਲਾਨ ਕੀਤਾ ਕਿ ਕੈਨੇਡੀਅਨ 에ਅਰ ਫੋਰਸ ਦੀ ਵੈਬਸਾਈਟ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਇਸ ਸੰਦੇਸ਼ ਦਾ ਸਕਰੀਨਸ਼ਾਟ ਵੀ ਸਾਂਝਾ ਕੀਤਾ ਗਿਆ ਕਿ ਵੈਬਸਾਈਟ ਹੈਕ ਹੋ ਗਈ ਹੈ। ਇੱਥੇ ਦੱਸਣਾ ਜ਼ਰੂਰੀ ਹੈ ਕਿ ਹੈਕਰਾਂ ਨੇ ਕੈਨੇਡੀਅਨ ਫੌਜ ਦੀ ਵੈਬਸਾਈਟ ਨੂੰ ਹੈਕ ਕਰਨ ਤੋਂ ਪਹਿਲਾਂ 21 ਸਤੰਬਰ ਨੂੰ ਧਮਕੀ ਦਿੱਤੀ ਸੀ। ਹੈਕਰਾਂ ਨੇ ਕੈਨੇਡੀਅਨ ਤਾਕਤ ਮਹਿਸੂਸ ਕਰਨ ਲਈ ਤਿਆਰ ਹੋ ਜਾਓ ਚੇਤਾਵਨੀ ਦੇ ਨਾਲ ਕੈਨੇਡੀਅਨ ਸਾਈਬਰ ਸਪੇਸ ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਅਗਲੇ ਹੀ ਦਿਨ ਹੈਕਰਾਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਲਜ਼ਾਮਾਂ ਅਤੇ ਭਾਰਤ ਵਿਰੋਧੀ ਰਾਜਨੀਤੀ ਤੇ ਅਸੰਤੁਸ਼ਟੀ ਜ਼ਾਹਰ ਕੀਤੀ ਸੀ। ਇੱਕ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਕੈਨੇਡਾ ਦੇ ਰਾਸ਼ਟਰੀ ਰੱਖਿਆ ਵਿਭਾਗ ਦੇ ਮੀਡੀਆ ਸਬੰਧਾਂ ਦੇ ਮੁਖੀ ਡੈਨੀਅਲ ਲੇ ਬੋਥੀਲੀਅਰ ਨੇ ਕਿਹਾ ਕਿ ਵਿਘਨ ਵੀਰਵਾਰ ਦੁਪਹਿਰ ਦੇ ਕਰੀਬ ਸ਼ੁਰੂ ਹੋਇਆ ਅਤੇ ਬਾਅਦ 'ਚ ਠੀਕ ਹੋ ਗਿਆ। ਵੈਬਸਾਈਟ ਕੁਝ ਡੈਸਕਟਾਪ ਉਪਭੋਗਤਾਵਾਂ ਨੂੰ ਛੱਡ ਕੇ ਜ਼ਿਆਦਾਤਰ ਮੋਬਾਈਲ ਡਿਵਾਈਸਾਂ ਤੇ ਪਹੁੰਚਯੋਗ ਨਹੀਂ ਸੀ। ਹਾਲਾਂਕਿ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਇਸ ਹੈਕਿੰਗ ਦਾ ਉਹਨਾਂ ਦੇ ਸਿਸਟਮ ਤੇ ਕੋਈ ਵਿਆਪਕ ਪ੍ਰਭਾਵ ਨਹੀਂ ਪਿਆ। ਤੁਹਾਨੂੰ ਦੱਸ ਦਈਏ ਕਿ ਹੈਕ ਕੀਤੀ ਗਈ ਵੈਬਸਾਈਟ ਕੈਨੇਡੀਅਨ ਸਰਕਾਰ ਅਤੇ ਇਸ ਦੇ ਰਾਸ਼ਟਰੀ ਰੱਖਿਆ ਵਿਭਾਗ ਦੀਆਂ ਜਨਤਕ ਸਾਈਟਾਂ ਅਤੇ ਅੰਦਰੂਨੀ ਨੈਟਵਰਕਾਂ ਤੋਂ ਵੱਖਰੀ ਇਕਾਈ ਹੈ। ਕੈਨੇਡੀਅਨ ਨੇਵੀ ਸਪੈਸ਼ਲ ਕਮਾਂਡ ਗਰੁੱਪ 에ਅਰ ਐਂਡ ਸਪੇਸ ਆਪਰੇਸ਼ਨ ਬਾਡੀਜ਼ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀਆਂ ਨੇ। ਪ੍ਰਿੰਸ ਐਡਵਰਡ ਆਈਲੈਂਡ ਦੇ ਸ਼ਾਰਲੇਟ ਟਾਊਨ ਤੋਂ MP ਸ਼ੌਨ ਕੇਸੀ ਨੇ ਕਿਹਾ ਕਿ ਉਹ ਪਾਰਲੀਮੈਂਟ ਸਪੀਕਰ ਦਾ ਅਹੁਦਾ ਸੰਭਾਲਣ ਦਾ ਇਰਾਦਾ ਰੱਖਦੇ ਨੇ। ਕੇਸੀ ਨੇ ਵੀਰਵਾਰ ਸਵੇਰੇ ਸ਼ਾਰਲਟਾਊਨ 'ਚ ਰੇਡੀਓ ਕੈਨੇਡਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਪੀਕਰ ਦੇ ਅਹੁਦੇ ਲਈ ਆਪਣਾ ਨਾਮ ਪੇਸ਼ ਕਰਨਗੇ। ਕੇਸੀ ਨੇ ਦੱਸਿਆ ਕਿ ਉਹਨਾਂ ਨੇ ਇਸ ਬਾਰੇ ਇੱਕ ਦਿਨ ਪਹਿਲਾਂ ਹੀ ਆਪਣਾ ਮਨ ਬਣਾਇਆ ਹੈ ਤੇ ਉਹ ਸਮਰਥਨ ਪ੍ਰਾਪਤ ਕਰਨ ਲਈ MPs ਕੋਲ ਪਹੁੰਚ ਕਰ ਰਹੇ ਨੇ। ਸਪੀਕਰ ਪਾਰਲੀਮੈਂਟ 'ਚ ਬਹਿਸ ਦੀ ਪ੍ਰਧਾਨਗੀ ਕਰਦਾ ਹੈ ਤੇ ਉਹ ਨਿਯੰਤਰਿਤ ਕਰਦਾ ਹੈ ਕਿ ਸਦਨ ਵਿੱਚ ਬੋਲਣ ਦੀ ਕਿਸ ਦੀ ਵਾਰੀ ਹੈ। ਸਦਨ ਦੇ ਨਿਯਮਾਂ ਨੂੰ ਲਾਗੂ ਕਰਨਾ ਅਤੇ ਉਹਨਾਂ ਨਿਯਮਾਂ ਦੀ ਵਿਆਖਿਆ ਤੇ ਫੈਸਲੇ ਲੈਣਾ ਸਪੀਕਰ ਦੇ ਮੁੱਖ ਕੰਮਾਂ 'ਚੋਂ ਨੇ। ਪਾਰਲੀਮੈਂਟ 'ਚ ਹੋਰ ਅਹੁਦਿਆਂ ਦੇ ਉਲਟ ਸਪੀਕਰ ਨੂੰ ਨਿਰਪੱਖ ਮੰਨਿਆ ਜਾਂਦਾ ਹੈ, ਯਾਨੀ ਨਾ ਉਹ ਸਰਕਾਰ ਤੇ ਨਾ ਵਿਰੋਧੀ ਧਿਰ ਦਾ ਹਿੱਸਾ ਹੁੰਦਾ ਹੈ। ਨਾਜ਼ੀ ਯੂਨਿਟ 'ਚ ਤੈਨਾਤ ਰਹੇ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ 'ਚ ਰੱਖੇ ਗਏ ਸੰਸਦੀ ਸਮਾਗਮ 'ਚ ਬੁਲਾਉਣ ਤੇ ਛਿੜੇ ਵਿਵਾਦ ਤੋਂ ਬਾਅਦ ਮੰਗਲਵਾਰ ਨੂੰ ਐਂਥਨੀ ਰੋਟਾ ਨੇ ਸਪੀਕਰ ਦੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਸ਼ੌਨ ਕੈਸੀ 2011 ਤੋਂ ਸ਼ਾਰਲੇਟਾਊਨ ਰਾਈਡਿੰਗ ਦੀ ਨੁਮਾਇੰਦਗੀ ਕਰ ਰਹੇ ਨੇ। ਨਵੇਂ ਸਪੀਕਰ ਦੀ ਚੋਣ ਮੰਗਲਵਾਰ ਨੂੰ ਨਿਰਧਾਰਤ ਕੀਤੀ ਗਈ ਹੈ। ਸਵੀਡਨ ਦੀ ਦਿੱਗਜ ਬੈਟਰੀ ਕੰਪਨੀ ਨਾਰਥਵੋਲਟ ਕਿਊਬੈਕ 'ਚ $7 ਬਿਲੀਅਨ ਦਾ EV ਬੈਟਰੀ ਪਲਾਂਟ ਲਗਾਏ ਗਏ। ਇਸ ਐਲਾਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕੁਬੈਕ ਪ੍ਰੀਮੀਅਰ ਫ੍ਰੈਂਜ਼ੂਆ ਲਿੰਗੋ ਵੀਰਵਾਰ ਨੂੰ ਮੌਂਟਰੀਅਲ 'ਚ ਸਨ। ਨਾਰਥਵੋਲਟ ਦਾ ਯੂਰਪ ਤੋਂ ਬਾਹਰ ਇਹ ਪਹਿਲਾ ਪਲਾਂਟ ਹੋਵੇਗਾ। 170 ਹੈਕਟੇਅਰ ਵੱਡਾ ਇਹ ਬੈਟਰੀ ਪਲਾਂਟ ਮੌਂਟਰੀਅਲ ਤੋਂ ਕਰੀਬ 30 ਕਿਲੋਮੀਟਰ ਦੂਰ ਮੈਕਮਾਸਟਰਵਿਲ ਅਤੇ ਸੇਂਟ ਬੇਸਿਲ ਲੀ ਗ੍ਰੈਂਡ ਦੇ ਨਜ਼ਦੀਕ ਉਸਾਰਿਆ ਜਾਵੇਗਾ। $7 ਬਿਲੀਅਨ ਦੇ ਨਿਵੇਸ਼ ਵਾਲੇ ਪਲਾਂਟ ਦੇ ਪਹਿਲੇ ਪੜਾਅ ਵਿੱਚ
30 GWh ਤੱਕ ਦੀ ਸਾਲਾਨਾ ਬੈਟਰੀ ਸੈੱਲ ਨਿਰਮਾਣ ਸਮਰੱਥਾ ਹੋਵੇਗੀ। ਪਲਾਂਟ ਦੇ ਪੂਰਨ ਉਤਪਾਦਨ ਸਮਰੱਥਾ ਤੱਕ ਪਹੁੰਚਣ ਤੱਕ ਇਹ ਪਲਾਂਟ ਖੇਤਰ 'ਚ 3000 ਨੌਕਰੀਆਂ ਵੀ ਪੈਦਾ ਕਰੇਗਾ। ਦੂਸਰੇ ਪੜਾਅ 'ਚ ਦੁੱਗਣੇ ਉਤਪਾਦਨ ਦੀ ਉਮੀਦ ਹੈ, ਪਰ ਇਸ ਦੀ ਸਮਾਂ ਸੀਮਾ ਪ੍ਰਦਾਨ ਨਹੀਂ ਕੀਤੀ ਗਈ। ਟਰੂਡੋ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਤੇ ਪਰਿਵਰਤਨਸ਼ੀਲ ਐਲਾਨ ਹੈ। ਇਹ ਪਲਾਂਟ 1 ਸਾਲ ਵਿੱਚ 1 ਮਿਲੀਅਨ ਇਲੈਕਟ੍ਰਿਕ ਵਾਹਨਾਂ ਲਈ ਬੈਟਰੀਆਂ ਪੈਦਾ ਕਰਨ ਦੇ ਯੋਗ ਹੋਵੇਗਾ ਅਤੇ ਪੂਰੀ ਉਤਪਾਦਨ ਸਮਰੱਥਾ ਤੇ ਪਲਾਂਟ ਸਾਡੀ ਆਰਥਿਕਤਾ ਵਿੱਚ $1.6 ਬਿਲੀਅਨ ਤੱਕ ਦਾ ਯੋਗਦਾਨ ਪਾਵੇਗਾ। ਕਿਊਬੈਕ ਤੇ ਫੈਡਰਲ ਸਰਕਾਰ ਪਲਾਂਟ ਦੇ ਨਿਰਮਾਣ ਲਈ ਕੁੱਲ $2.7 ਬਿਲੀਅਨ ਦਾ ਨਿਵੇਸ਼ ਕਰਨਗੇ। 2026 ਦੇ ਅੰਤ ਤੱਕ ਇਹ ਪਲਾਂਟ ਤਿਆਰ ਹੋਣ ਦੀ ਉਮੀਦ ਹੈ। ਕੈਨੇਡਾ ਅਤੇ ਕਿਊਬੈਕ ਨੇ ਅਮਰੀਕਾ ਦੇ ਇਨਫਲੇਸ਼ਨ ਰਿਡਕਸ਼ਨ ਐਕਟ ਤਹਿਤ ਮਿਲਣ ਵਾਲੇ ਪ੍ਰੋਤਸਾਹਨ ਕ੍ਰੈਡਿਟ ਨਾਲ ਮੇਲ ਕਰਨ ਲਈ ਨਾਰਥਵੋਲਟ ਨੂੰ ਉਤਪਾਦਨ ਸਹਾਇਤਾ ਪ੍ਰਦਾਨ ਕਰਨ ਦਾ ਅਹਿਦ ਕੀਤਾ ਹੈ, ਜੋ ਕਿ $35 ਪ੍ਰਤੀ KWH ਦੇ ਬਰਾਬਰ ਹੈ। ਕੰਪਨੀ ਅਗਲੇ 5 ਤੋਂ 9 ਸਾਲਾਂ 'ਚ $4.6 ਬਿਲੀਅਨ ਤੱਕ ਦੇ ਸਰਕਾਰੀ ਉਤਪਾਦਨ ਪ੍ਰੋਤਸਾਹਨ ਲਈ ਵੀ ਯੋਗ ਹੋਵੇਗੀ, ਜਿਸ ਵਿੱਚੋਂ 1/3 ਕਿਊਬੈਕ ਸਰਕਾਰ ਦੁਆਰਾ ਅਦਾ ਕੀਤਾ ਜਾਣਾ ਹੈ। ਕਿਊਬੈਕ ਪ੍ਰੀਮੀਅਰ ਫ੍ਰੈਂਸੂਆ ਲਿੰਗੋ ਨੇ ਇਸ ਐਲਾਨ ਦਾ ਕਿਊਬੈਕ ਦੇ ਹਾਲ ਹੀ ਦੇ ਇਤਿਹਾਸ 'ਚ ਸਭ ਤੋਂ ਵੱਡਾ ਨਿੱਜੀ ਨਿਵੇਸ਼ ਵਜੋਂ ਸਵਾਗਤ ਕੀਤਾ ਹੈ। ਨਾਰਥਵੋਲਟ ਨੇ ਉੱਤਰੀ ਅਮਰੀਕਾ ਦੇ 70 ਵੱਖ-ਵੱਖ ਸਥਾਨਾਂ ਵਿੱਚੋਂ ਮੌਂਟਰੀਅਲ ਨਜ਼ਦੀਕ ਇਸ ਲੋਕੇਸ਼ਨ ਨੂੰ ਚੁਣਿਆ ਹੈ, ਪਰ ਇਸ ਖਬਰ ਤੋਂ ਬਾਅਦ ਇਲਾਕੇ 'ਚ ਪਲਾਂਟ ਬਣਨ ਤੋਂ ਪਹਿਲਾਂ ਹੀ ਇਸ ਤੋਂ ਹੋਣ ਵਾਲੇ ਸ਼ੋਰ ਅਤੇ ਪ੍ਰਦੂਸ਼ਣ ਨਾਲ ਸੰਬੰਧਿਤ ਡਰ ਪੈਦਾ ਹੋ ਗਿਆ ਹੈ। ਪ੍ਰੋਜੈਕਟ ਨੂੰ ਰੋਕਣ ਲਈ 700 ਦਸਤਖਤਾਂ ਵਾਲੀ ਇੱਕ ਪਟੀਸ਼ਨ ਮੈਕਮਾਸਟਰਵਿਲ ਮਿਊਨਿਸਪਲ ਕੌਂਸਲ ਨੂੰ ਸੌਂਪੀ ਗਈ ਹੈ। ਓਨਟਾਰੀਓ ਲਿਬਰਲ ਲੀਡਰਸ਼ਿਪ ਦਾ ਮੁਕਾਬਲਾ ਹੁਣ ਸਿਰਫ 4 ਉਮੀਦਵਾਰਾਂ ਵਿੱਚ ਹੀ ਰਹਿ ਗਿਆ ਹੈ। ਵੀਰਵਾਰ ਰਾਤ ਨੂੰ ਆਦਿਲ ਸ਼ਾਮਜੀ ਨੇ ਇਸ ਦੌੜ ਵਿੱਚੋਂ ਪਾਸੇ ਹੋਣ ਦਾ ਐਲਾਨ ਕੀਤਾ ਤੇ ਆਖਿਆ ਕਿ ਉਹ ਆਪਣਾ ਸਮਰਥਨ ਬੌਨੀ ਕਰੋਂਬੀ ਨੂੰ ਦੇਣਗੇ। ਸ਼ਾਮਜੀ, ਜੋ ਕਿ ਡੌਨ ਵੈਲੀ ਈਸਟ ਤੋਂ MPP ਹਨ, ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਉਹ ਜਿੱਤ ਨਹੀਂ ਸਕਣਗੇ, ਇਸੇ ਲਈ ਉਹਨਾਂ ਇਸ ਦੌੜ ਵਿੱਚੋਂ ਪਾਸੇ ਹੋਣ ਦਾ ਤੇ ਮਿਸੀਸਾਗਾ ਦੀ ਮੇਅਰ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ। ਉਹਨਾਂ ਆਖਿਆ ਕਿ ਉਹ ਵੱਖਰੇ ਢੰਗ ਨਾਲ ਆਪਣੀ ਕੈਂਪੇਨ ਜਾਰੀ ਰੱਖਣਗੇ। ਉਹ ਹੈਲਥ ਕੇਅਰ, ਹਾਊਸਿੰਗ, ਐਜੂਕੇਸ਼ਨ ਤੇ ਐਨਵਾਇਰਨਮੈਂਟ ਲਈ ਲੜਨਾ ਜਾਰੀ ਰੱਖਣਗੇ ਤੇ ਇਹ ਸਾਰਾ ਕੁਝ ਕਰੋਂਬੀ ਤੇ ਉਹਨਾਂ ਦੀ ਟੀਮ ਨਾਲ ਮਿਲ ਕੇ ਹੋਵੇਗਾ। ਸ਼ਾਮਜੀ ਨੇ ਆਖਿਆ ਕਿ ਕਰੋਂਬੀ ਕੋਲ ਕਾਫੀ ਤਜਰਬਾ ਹੈ ਤੇ ਓਨਟਾਰੀਓ ਵਾਸੀਆਂ ਵਿੱਚ ਭਰੋਸਾ ਪੈਦਾ ਕਰਨ ਦੀ ਵੀ ਸਮਰੱਥਾ ਹੈ। ਇਸ ਮਹੀਨੇ ਦੇ ਸ਼ੁਰੂ 'ਚ ਕਰੋਂਬੀ ਨੇ ਐਲਾਨ ਕੀਤਾ ਸੀ ਕਿ ਉਹ ਆਪਣੀਆਂ ਮਿਊਨਿਸਪਲ ਡਿਊਟੀਆਂ ਤੋਂ ਬਿਨਾਂ ਤਨਖਾਹ ਛੁੱਟੀ ਲੈ ਰਹੀ ਹੈ ਤੇ ਅਜਿਹਾ ਲਿਬਰਲ ਲੀਡਰ ਦੀ ਦੌੜ ਉੱਤੇ ਧਿਆਨ ਕੇਂਦਰਿਤ ਕਰਨ ਲਈ ਕੀਤਾ ਜਾ ਰਿਹਾ ਹੈ। ਹੈਲਥ ਕੈਨੇਡਾ ਵੱਲੋਂ ਓਮਿਕਰੋਨ ਦੇ ਸਬ ਵੇਰੀਐਂਟ ਨੂੰ ਖਤਮ ਕਰਨ ਲਈ ਤਿਆਰ ਕੀਤੀ ਗਈ ਫਾਈਜ਼ਰ ਬਾਇਓਐਨਟੈਕ ਦੀ ਕੋਮਿਰਨੈਟੀ ਵੈਕਸੀਨ ਨੂੰ ਵਰਤੋਂ ਦੀ ਹਰੀ ਝੰਡੀ ਦੇ ਦਿੱਤੀ ਗਈ ਹੈ। ਇਹ ਵੈਕਸੀਨ 6 ਮਹੀਨੇ ਦੇ ਬੱਚੇ ਤੋਂ ਲੈ ਕੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਈ ਜਾ ਸਕੇਗੀ। ਫੈਡਰਲ ਏਜੰਸੀ ਨੇ mRNA ਦੀ ਵੈਕਸੀਨ ਨੂੰ ਵੀਰਵਾਰ ਨੂੰ ਮਨਜ਼ੂਰੀ ਦਿੱਤੀ। ਇਹ ਵੈਕਸੀਨ ਓਮਿਕਰੋਨ ਵੇਰੀਐਂਟ ਦੇ XBB.1.5 ਸਟ੍ਰੇਨ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤੀ ਗਈ ਹੈ। ਹੈਲਥ ਕੈਨੇਡਾ ਨੂੰ 29 ਜੂਨ 2023 ਨੂੰ ਫਾਈਜ਼ਰ ਬਾਇਓਐਨਟੈਕ ਵੱਲੋਂ ਇਸ ਵੈਕਸੀਨ ਦੀ ਜਾਂਚ ਲਈ ਸਬਮਿਸ਼ਨ ਕਰਵਾਈ ਗਈ ਸੀ। ਫੈਡਰਲ ਏਜੰਸੀ ਨੇ ਆਪਣੀ ਵੈਬਸਾਈਟ ਉੱਤੇ ਆਖਿਆ ਕਿ ਇਸ ਵੈਕਸੀਨ ਦਾ ਆਜ਼ਾਦਾਨਾ ਮੁਲਾਂਕਣ ਕਰਵਾਉਣ ਤੋਂ ਬਾਅਦ ਹੈਲਥ ਕੈਨੇਡਾ ਯਕੀਨਨ ਇਹ ਆਖ ਸਕਦਾ ਹੈ ਕਿ ਇਹ ਵੈਕਸੀਨ ਸਾਡੇ ਸਾਰੇ ਸੇਫਟੀ ਅਤੇ ਕੁਆਲਿਟੀ ਟੈਸਟਸ ਉੱਤੇ ਖਰੀ ਉਤਰੀ ਹੈ। ਸਬ ਵੇਰੀਐਂਟ ਨੂੰ ਖਤਮ ਕਰਨ ਲਈ ਇਹ ਦੂਜੀ ਵੈਕਸੀਨ ਹੈ ਜਿਸ ਨੂੰ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਹੈਲਥ ਕੈਨੇਡਾ ਵੱਲੋਂ ਮਾਡਰਨਾ ਦੀ ਨਵੀਂ ਸਪਾਈਕਵੈਕਸ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਸੀ। ਹੈਰੀ ਪੋਟਰ ਦੀਆਂ 8 ਫਿਲਮਾਂ ਵਿੱਚੋਂ 6 'ਚ ਹੌਗਵਰਟਸ ਹੈਡਮਾਸਟਰ ਐਲਬਰਟਸ ਡੰਬਲਡੋਰ ਦੀ ਭੂਮਿਕਾ ਨਿਭਾਉਣ ਵਾਲੇ ਸੀਨੀਅਰ ਐਕਟਰ ਮਾਈਕਲ ਗੈਂਬਡਨ ਨਹੀਂ ਰਹੇ। ਉਹ 82 ਸਾਲਾਂ ਦੇ ਸਨ। ਉਹਨਾਂ ਦੇ ਪਰਿਵਾਰ ਤੇ ਪਬਲਿਸਿਸਟ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਆਖਿਆ ਗਿਆ ਕਿ ਉਸ ਦੀ ਮੌਤ ਨਿਮੋਨੀਆ ਕਾਰਨ ਹੋਈ ਹੈ। ਉਸਦੇ ਪਰਿਵਾਰ ਨੇ ਆਖਿਆ ਕਿ ਸਰ ਮਾਈਕਲ ਗੈਂਬਡਨ ਦੀ ਮੌਤ ਦਾ ਐਲਾਨ ਕਰਦੇ ਹੋਏ ਸਾਨੂੰ ਬਹੁਤ ਦੁੱਖ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਮਾਈਕਲ ਦੀ ਮੌਤ ਸਮੇਂ ਉਹਨਾਂ ਦੀ ਪਤਨੀ ਐਨ ਤੇ ਬੇਟਾ ਫਰਗੂਸ ਉਹਨਾਂ ਦੇ ਕੋਲ ਹਸਪਤਾਲ 'ਚ ਮੌਜੂਦ ਸਨ। 5 ਦਹਾਕਿਆਂ ਦੇ ਵਿੱਚ ਭਾਵੇਂ ਮਾਈਕਲ ਨੇ ਕੋਈ ਵੀ ਭੂਮਿਕਾ ਨਿਭਾਈ ਹੋਵੇ, ਹਮੇਸ਼ਾ ਉਹਨਾਂ ਦੀ ਡੂੰਘੀ ਆਵਾਜ਼ ਤੋਂ ਉਹਨਾਂ ਦੀ ਪਛਾਣ ਹੋ ਜਾਂਦੀ ਸੀ।
2002 ਚ ਹੈਰੀ ਪੋਟਰ ਵਿੱਚ ਡੰਬਲਡੋਰ ਦੀ ਭੂਮਿਕਾ ਨਿਭਾਉਣ ਵਾਲੇ ਰਿਚਰਡ ਹੈਰਿਸ ਦੀ ਮੌਤ ਹੋ ਜਾਣ ਤੋਂ ਬਾਅਦ ਮਾਈਕਲ ਵੱਲੋਂ ਹੀ ਡੰਬਲਡੋਰ ਦੀ ਭੂਮਿਕਾ ਨਿਭਾਈ ਜਾਂਦੀ ਰਹੀ। ਉਹਨਾਂ ਵਿੱਚ ਇੱਕ ਵਾਰੀ ਮੰਨਿਆ ਸੀ ਕਿ ਉਹ ਕਦੇ ਵੀ ਜੇਕੇ ਰਾਉਲਿੰਗ ਦੀ ਕੋਈ ਵੀ ਬੈਸਟ ਸੇਲਿੰਗ ਬੁੱਕ ਨਹੀਂ ਪੜ੍ਹ ਸਕੇ। ਆਇਰਲੈਂਡ 'ਚ 19 ਅਕਤੂਬਰ 1940 ਨੂੰ ਪੈਦਾ ਹੋਏ ਗੈਂਪਡਨ ਦੀ ਪਰਵਰਿਸ਼ ਲੰਡਨ 'ਚ ਹੀ ਹੋਈ ਤੇ ਉਹ ਪੇਸ਼ੇ ਵਜੋਂ ਇੰਜੀਨੀਅਰ ਸਨ। ਉਹਨਾਂ ਆਪਣਾ ਥੀਏਟਰ ਡੈਬਿਊ ਡਬਲਿਨ 'ਚ ਓਥੈਲੋ ਤੋਂ ਕੀਤਾ ਸੀ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਾਜਨੀਤਿਕ ਲਹਿਰ ਮੇਕ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣਾ ਦੇ ਸੰਖੇਪ ਸ਼ਬਦ ਦੀ ਵਰਤੋਂ ਕਰਦੇ ਹੋਏ ਬਾਈਡਨ ਨੇ ਅੱਗੇ ਕਿਹਾ, ਇਸ ਵਿੱਚ ਕੋਈ ਸਵਾਲ ਨਹੀਂ ਹੈ ਕਿ ਅੱਜ ਦੀ ਰਿਪਬਲਿਕਨ ਪਾਰਟੀ ਨੂੰ ਮੈਗਾ ਰਿਪਬਲਿਕਨ ਕੱਟੜਪੰਥੀਆਂ ਦੁਆਰਾ ਚਲਾਇਆ ਤੇ ਡਰਾਇਆ ਗਿਆ ਹੈ। ਉਹਨਾਂ ਦਾ ਅਤਿਅੰਤ ਏਜੰਡਾ ਜੇਕਰ ਪੂਰਾ ਕੀਤਾ ਜਾਂਦਾ ਹੈ ਤਾਂ ਅਮਰੀਕੀ ਲੋਕਤੰਤਰ ਦੀਆਂ ਸੰਸਥਾਵਾਂ ਨੂੰ ਮੂਲ ਰੂਪ 'ਚ ਬਦਲ ਦੇਵੇਗਾ, ਜਿਵੇਂ ਕਿ ਅਸੀਂ ਜਾਣਦੇ ਹਾਂ। ਇਹ ਚੇਤਾਵਨੀਆਂ ਬੁੱਧਵਾਰ ਨੂੰ ਦੂਜੀ ਰਿਪਬਲਿਕਨ ਰਾਸ਼ਟਰਪਤੀ ਬਹਿਸ ਦੌਰਾਨ 7 ਉਮੀਦਵਾਰਾਂ ਦੇ ਝਗੜੇ ਤੋਂ ਇੱਕ ਦਿਨ ਬਾਅਦ ਆਈਆਂ, ਜਿਸ ਨੂੰ ਟਰੰਪ ਨੇ ਛੱਡ ਦਿੱਤਾ। ਇਹ ਪਹਿਲੀ ਵਾਰ ਸੀ ਜਦੋਂ ਬਾਈਡਨ ਨੇ ਆਪਣੇ ਪੂਰਵਗਾਮੀ ਦੇ ਲੋਕਤੰਤਰ ਵਿਰੋਧੀ ਵਿਵਹਾਰ ਨੂੰ ਜਨਤਕ ਤੌਰ ਤੇ ਗੱਲਬਾਤ ਦੇ ਵਿੱਚ ਲਿਆਂਦਾ, ਕਿਉਂਕਿ ਬਾਅਦ ਵਾਲੇ ਨੂੰ 2020 ਦੇ ਚੋਣ ਨਤੀਜਿਆਂ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਲਈ ਅਪਰਾਧਿਕ ਤੌਰ ਤੇ ਦੋਸ਼ ਲਗਾਇਆ ਗਿਆ ਸੀ। ਉਸਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਬਦਲੇ ਅਤੇ ਬਦਲਾਖੋਰੀ ਦੁਆਰਾ ਸੇਧਿਤ ਸਨ, ਨਾ ਕਿ ਸੰਵਿਧਾਨ ਜਾਂ ਸ਼ਿਸ਼ਟਤਾ ਦੁਆਰਾ। ਟਰੰਪ ਦਾ ਕਹਿਣਾ ਹੈ ਕਿ ਸੰਵਿਧਾਨ ਨੇ ਉਸ ਨੂੰ ਰਾਸ਼ਟਰਪਤੀ ਦੇ ਤੌਰ ਤੇ ਜੋ ਚਾਹੇ ਉਹ ਕਰਨ ਦਾ ਅਧਿਕਾਰ ਦਿੱਤਾ ਹੈ। ਮੈਂ ਕਦੇ ਵੀ ਰਾਸ਼ਟਰਪਤੀਆਂ ਨੂੰ ਮਜ਼ਾਕ 'ਚ ਇਹ ਕਹਿੰਦੇ ਨਹੀਂ ਸੁਣਿਆ ਹੈ। ਉਸਨੇ ਟਰੰਪ ਦੇ ਹਾਲ ਹੀ ਦੇ ਸੁਝਾਅ ਦਾ ਵੀ ਹਵਾਲਾ ਦਿੱਤਾ ਕਿ ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਜਨਰਲ ਮਾਰਕ ਮਿਲੀ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ, ਇਹ ਕਹਿੰਦੇ ਹੋਏ ਕਿ ਟਿੱਪਣੀ ਤੇ ਰਿਪਬਲਿਕਨ ਚੁੱਪ ਬਹਿਰਾ ਕਰਨ ਵਾਲੀ ਸੀ। ਸਾਨੂੰ ਸਭ ਨੂੰ ਯਾਦ ਰੱਖਣਾ ਚਾਹੀਦਾ ਹੈ, ਲੋਕਤੰਤਰ ਨੂੰ ਰਾਈਫਲ ਦੇ ਅੰਤ 'ਚ ਮਰਨਾ ਨਹੀਂ ਹੁੰਦਾ। ਉਹ ਉਦੋਂ ਮਰ ਸਕਦੇ ਹਨ ਜਦੋਂ ਲੋਕ ਚੁੱਪ ਹੁੰਦੇ ਹਨ, ਜਦੋਂ ਉਹ ਖੜੇ ਹੋਣ 'ਚ ਅਸਫਲ ਰਹਿੰਦੇ ਨੇ। ਆਪਣੇ ਸੰਬੋਧਨ ਦੌਰਾਨ ਰਾਸ਼ਟਰਪਤੀ ਨੇ ਮੈਕਕੇਨ, ਜਿਸ ਦਾ ਬਾਈਡਨ ਦਹਾਕਿਆਂ ਤੋਂ ਦੋਸਤ ਸੀ, ਇੱਕ ਭਰਾ ਕਿਹਾ ਤੇ ਮੈਕਕੇਨ ਲਾਇਬ੍ਰੇਰੀ ਦੀ ਉਸਾਰੀ ਲਈ ਫੰਡ ਦੇਣ ਦਾ ਐਲਾਨ ਕੀਤਾ। ਬਾਈਡਨ ਦੀ ਟਿੱਪਣੀ ਰਾਜਨੀਤਿਕ ਅਨਿਸ਼ਚਿਤਤਾ ਦੇ ਇੱਕ ਪਲ ਤੇ ਆਈ ਹੈ, ਕਿਉਂਕਿ ਉਸ ਨੂੰ ਆਪਣੀ ਉਮਰ, ਉਸ ਦੀ ਨੌਕਰੀ ਨੂੰ ਸੰਭਾਲਣ ਤੋਂ ਅਸਵੀਕਾਰ ਕਰਨ ਤੇ ਉਸ ਦੇ ਪੁੱਤਰ ਹੰਟਰ ਦੇ ਦੋਸ਼ਾਂ ਬਾਰੇ ਨਿਰੰਤਰ ਪ੍ਰਸ਼ਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਊਸ ਰਿਪਬਲਿਕਨਾਂ ਨੇ ਵੀ ਵੀਰਵਾਰ ਨੂੰ ਰਾਸ਼ਟਰਪਤੀ ਦੇ ਮਹਾਦੋਸ਼ ਦੀ ਜਾਂਚ 'ਚ ਆਪਣੀ ਪਹਿਲੀ ਸੁਣਵਾਈ ਕੀਤੀ। ਉਸਨੇ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਤਲ 'ਚ ਭਾਰਤ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਕੈਨੇਡੀਅਨ ਜਾਂਚ 'ਚ ਪੂਰਾ ਸਹਿਯੋਗ ਕਰੇ। ਇਲਹਾਨ ਉਮਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਹਨ। ਉਹਨਾਂ ਸਰਕਾਰ ਨੂੰ ਕਿਹਾ ਕਿ ਉਹ ਦੱਸੇ ਕਿ ਕੀ ਭਾਰਤ ਅਮਰੀਕਾ 'ਚ ਵੀ ਖਾਲਿਸਤਾਨੀਆਂ ਵਿਰੁੱਧ ਕੋਈ ਆਪਰੇਸ਼ਨ ਚਲਾ ਰਿਹਾ ਹੈ। ਉਧਰ ਸ਼ਿਵ ਸੈਨਾ ਉद्धਵ ਧੜੇ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਇਲਹਾਨ ਉਮਰ ਦੀ ਪੋਸਟ ਦਾ ਜਵਾਬ ਦਿੱਤਾ ਹੈ। ਉਸਨੇ ਲਿਖਿਆ ਕਿ ਬੈਠੋ ਮੈਡਮ, ਜੇਕਰ ਅਜਿਹਾ ਹੈ ਤਾਂ ਮੈਂ ਵਿਦੇਸ਼ ਮੰਤਰਾਲੇ ਨੂੰ ਇਹ ਵੀ ਪਤਾ ਲਗਾਉਣ ਦੀ ਅਪੀਲ ਕਰਦਾ ਹਾਂ ਕਿ ਅਮਰੀਕਾ ਦਾ ਚੁਣਿਆ ਹੋਇਆ ਸੰਸਦ ਕਿਵੇਂ ਜੰਮੂ ਕਸ਼ਮੀਰ ਦੇ ਮਾਮਲੇ 'ਚ ਦਖਲਅੰਦਾਜ਼ੀ ਕਰ ਰਿਹਾ ਹੈ ਤੇ ਪੀਓਕੇ ਕਿਸ ਤਰ੍ਹਾਂ ਪਾਕਿਸਤਾਨ ਦੀ ਫੰਡਿੰਗ ਤੇ ਆਧਾਰਿਤ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਜਸਟਿਨ ਟਰੂਡੋ ਨੇ ਕਿਹਾ, ਨਿੱਜਰ ਦੀ ਹੱਤਿਆ 'ਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਭਰੋਸੇਯੋਗ ਦੋਸ਼ਾਂ ਦੇ ਬਾਵਜੂਦ ਕੈਨੇਡਾ ਅਜੇ ਵੀ ਭਾਰਤ ਨਾਲ ਨੇੜਲੇ ਸਬੰਧ ਬਣਾਉਣ ਲਈ ਵਚਨਬੱਧ। ਟਰੂਡੋ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਕੈਨੇਡਾ ਅਤੇ ਉਸ ਦੇ ਸਹਿਯੋਗੀ ਭਾਰਤ ਨਾਲ ਜੁੜੇ ਰਹਿਣ। ਨਿੱਜਰ ਤੋਂ ਬਾਅਦ ਇੱਕ ਹੋਰ ਸਿੱਖ ਕਾਰਕੁਨ ਨੂੰ ਕਥਿਤ ਤੌਰ ਤੇ ਪੁਲਿਸ ਵੱਲੋਂ ਉਸ ਦੀ ਜਾਨ ਨੂੰ ਖਤਰੇ 'ਚ ਹੋਣ ਬਾਰੇ ਦਿੱਤੀ ਗਈ ਚੇਤਾਵਨੀ। ਡਿਊਟੀ ਟੂ ਵਾਰਨ ਦੇ ਸਿਰਲੇਖ ਵਾਲੇ ਨਵੇਂ ਸਾਹਮਣੇ ਆਏ ਦਸਤਾਵੇਜ਼ 'ਚ ਗੁਰਮੀਤ ਸਿੰਘ ਤੂਰ ਨੂੰ ਸੰਬੋਧਿਤ ਕੀਤਾ ਗਿਆ ਤੇ ਇਹ ਦਸਤਾਵੇਜ਼ ਖਾਲਿਸਤਾਨ ਪੱਖੀ ਸਮੂਹ 6 ਫॉर ਜਸਟਿਸ ਨੇ ਕੀਤਾ ਹੈ ਜਨਤਕ। ਭਾਰਤ ਆਧਾਰਿਤ ਹੈਕਰਜ਼ ਵੱਲੋਂ ਕੈਨੇਡੀਅਨ ਫੌਜ ਅਤੇ ਪਾਰਲੀਮੈਂਟ ਦੀ ਵੈਬਸਾਈਟ ਨੂੰ ਬਣਾਇਆ ਗਿਆ ਨਿਸ਼ਾਨਾ। ਇੰਡੀਅਨ ਸਾਈਬਰ ਫੋਰਸ ਨਾਮਕ ਇੱਕ ਹੈਕਿੰਗ ਸਮੂਹ ਨੇ ਫੌਜ ਦੀ ਵੈਬਸਾਈਟ ਵਾਲੀ ਘਟਨਾ ਲਈ ਜ਼ਿੰਮੇਵਾਰੀ। ਨਹੀਂ ਰਹੇ ਸੀਨੀਅਰ ਐਕਟਰ ਮਾਈਕਲ ਗੈਂਪਡਨ। ਹੈਰੀ ਪੋਟਰ ਦੀਆਂ 8 ਫਿਲਮਾਂ ਵਿੱਚੋਂ 6 'ਚ ਹੌਗਵਰਟਸ ਹੈਡਮਾਸਟਰ ਐਲਬਰਟ ਡੰਬਲਡੋਰ ਦੀ ਨਿਭਾਈ ਸੀ ਭੂਮਿਕਾ। ਨਿਮੋਨੀਆ ਕਾਰਨ ਹੋਈ 82 ਸਾਲਾਂ ਦੇ ਮਾਈਕਲ ਗੈਂਪਡਨ ਦੀ ਮੌਤ।